ਸਰਸਾ ਮੀਡੀਆ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਅੱਜ ਧਰਨੇ ਦਾ ਦੂਸਰਾ ਦਿਨ ਡਿਪਾਰਟਮੈਂਟ ਦੇ ਅਧਿਕਾਰੀਆਂ ਦੀ ਕਰੋੜਾਂ ਰੁਪਏ ਦੀ ਲੁੱਟ ਦੀ ਕਵਰਿੰਗ ਕਰਦਾ ਹੈ ਔਰ ਸਰਕਾਰ ਦੇ ਨਾਲ ਨਾਲ ਜਨਤਾ ਤੱਕ ਆਵਾਜ਼ ਪਹੁੰਚਾਉਂਦਾ ਹੈ। ਸਾਡੇ ਹਰਿਆਣਾ ਸਟੇਟ ਦੇ ਬੜੇ ਹੀ ਰਿਸਪੈਕਟਡ ਇਮਾਨਦਾਰ ਸਤਿ ਨੈਬ ਸਿੰਘ ਜੀ ਸੈਣੀ ਸਾਹਿਬ ਜੋ ਮੁੱਖ ਮੰਤਰੀ ਬਣੇ ਆ ਜਦੋਂ ਤੋਂ ਸਟੇਟ ਦੇ, ਔਰ ਡੀਜੀਪੀ ਛਤਰੂਜੀਤ ਕਪੂਰ ਜਿਨ੍ਹਾਂ ਨੇ ਹਰਿਆਣਾ ਪੁਲਿਸ ਦੀ ਜਦੋਂ ਤੋਂ ਵਾਂਗਡੋਰ ਸੰਭਾਲੀ ਹੈ। ਹਰਿਆਣਾ ਪੁਲਿਸ ਦੇ ਵਿੱਚ ਇੱਕ ਇਮਾਨਦਾਰੀ ਦੀ ਲਹਿ ਦੇਖਣ ਨੂੰ ਮਿਲਦੀ ਹੈ, ਕੰਮ ਕਰਨ ਦਾ ਜੋਸ਼ ਦੇਖਣ ਨੂੰ ਮਿਲਦਾ ਔਰ ਜਿਵੇਂ ਹਰਿਆਣਾ ਪੁਲਿਸ ਇਸ ਟਾਈਮ ਕੰਮ ਕਰ ਰਹੀ ਹੈ ਔਰ ਸੀਐਮ ਸਾਹਿਬ ਕਰਨਾ ਚਾਹੁੰਦੇ ਆ ਔਰ ਸਾਡੇ ਜਿਹੜੇ ਜ਼ਿਲ੍ਹੇ ਦੇ ਐਸਪੀ ਹੈ ਉਹ ਫਰਜ਼ੀ ਫਰਮਾਂ ਦੇ ਉੱਤੇ ਨਕੇਲ ਕੱਸਣ ਵਾਸਤੇ ਪੂਰੀ ਤਿਆਰੀ ਨਾਲ ਕੰਮ ਕਰਨਾ ਚਾਹੁੰਦੇ ਆ, ਪਰ ਐਸਪੀ ਸਾਹਿਬ ਨੂੰ ਸੇਲ ਟੈਕਸ ਡਿਪਾਰਟਮੈਂਟ ਦੇ ਅਧਿਕਾਰੀ ਸੰਯੋਗ ਨਹੀਂ ਕਰਦੇ ਔਰ ਜਿਸ ਕਾਰਨ ਹਰਿਆਣੇ ਦੇ ਵਿੱਚ ਸਭ ਤੋਂ ਜਿਹੜਾ ਸਰਸਾ ਜ਼ਿਲ੍ਹਾ ਹੈ ਸੇਲ ਟੈਕਸ ਦੀ ਚੋਰੀ ਦੇ ਵਿੱਚ ਵੀ ਔਰ ਸੇਲ ਟੈਕਸ ਦੀ ਕਮਾਈ ਦੇ ਵਿੱਚ ਵੀ ਇੱਕ ਨੰਬਰ ਤੇ ਗਿਣਿਆ ਜਾਣਾ ਚਾਹੀਦਾ ਸੀ, ਲੇਕਿਨ ਸੇਲ ਟੈਕਸ ਦੇ ਅਧਿਕਾਰੀ ਫਰਜ਼ੀ ਫਰਮਾਂ ਨੂੰ ਸੈਂਕੜੇ ਕਰੋੜਾਂ ਰੁਪਈਆਂ ਦਾ ਰਿਫੰਡ ਦੇ ਗਏ ਤੇ ਹਰ ਰੋਜ਼ ਜਿਵੇਂ ਨੈਣਾ ਦੇ ਵੀ ਟਰਾਂਸਪੋਰਟ ਦੀਆਂ 10 ਤੋਂ 15 ਗੱਡੀਆਂ ਆਉਂਦੀਆਂ, ਜੜੀਏ ਦਾ ਜਰਦਾ ਤਮਾਕੂ ਦੀਆਂ ਗੱਡੀਆਂ ਆਉਂਦੀਆਂ, ਜਿਵੇਂ ਨਿਊ ਭਾਰਤੀ ਟਰਾਂਸਪੋਰਟ ਦਾ ਮਾਲਕ ਹੈ ਸੁਰਿੰਦਰ ਮਲਿਕ, ਜਿਹਦੇ ਤੇ ਕੁਛ ਦਿਨ ਪਹਿਲਾਂ ਜਿਵੇਂ ਮੇਰੇ ਸਾਥੀ ਨੇ ਕੱਲ ਗੱਲ ਕਰੀ ਸੀ ਕਿ ਇਹ ਜਿਹੜੇ ਟਰਾਂਸਪੋਰਟਰ ਹੈ ਗੈਰ ਕਾਨੂੰਨੀ ਪਦਾਰਥ ਲੈ ਕੇ ਆਉਂਦੇ ਆ, ਉਸੇ ਤੱਕਾਂ ਨਿਊ ਭਾਰਤੀ ਟਰਾਂਸਪੋਰਟ ਦੀ ਗੱਡੀ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਫੜੀ ਗਈ ਔਰ 20 ਦਸੰਬਰ ਦੇ ਲਗਭਗ ਉਹਦੇ ਤੇ FIR ਹੋਈ ਹੈ ਗੈਰ ਕਾਨੂੰਨੀ ਸ਼ਰਾਬ ਦੀ, ਜਿਹਦੇ ਵਿੱਚ ਕੁਝ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ, ਗੈਰ ਕਾਨੂੰਨੀ ਪਦਾਰਥਾਂ ਨਾਲੋਂ ਜਾ ਵੀ ਰਹੀ ਹੈ। ਉਸ ਨਿਊ ਭਾਰਤੀ ਟਰਾਂਸਪੋਰਟ ਸੁਰਿੰਦਰ ਮਲਿਕ ਦੇ ਉੱਤੇ FIR ਔਰ ਭਗੌੜਾ ਹੈ। ਉਵੇਂ ਜ਼ਿਕਰ ਜਿਹੜੇ ਟਰਾਂਸਪੋਰਟਰ ਸਰਸੇ ਦੇ ਵਿੱਚ ਹਰ ਰੋਜ਼ ਗੱਡੀਆਂ ਤੇ ਸੇਲ ਟੈਕਸ ਦੀ ਚੋਰੀ ਕਰਦੇ ਆ ਤੇ ਸੇਲ ਟੈਕਸ ਦੇ ਅਧਿਕਾਰੀ ਕਰਵਾਉਂਦੇ ਆ, ਉਹਦੇ ਵਿੱਚ ਜਿਵੇਂ ਸੁਰਿੰਦਰ ਗਦਾਰਾ ਹੈ, ਉਹ ਪਿਛਲੇ ਜਦੋਂ ਤੋਂ ਪਹਿਲਾਂ ਸੇਲ ਟੈਕਸ ਦੀ ਜਿਹੜੀ ਸਰਸਾ ਜ਼ਿਲ੍ਹੇ ਦੀ ਕਲੈਕਸ਼ਨ ਕਰਦਾ ਸੀ, ਉਸ ਅਧਿਕਾਰੀ ਦਾ ਐਕਸੀਡੈਂਟ ਹੋ ਗਿਆ, ਉਹ ਚਲੋ ਹਸਪਤਾਲ ਜਾਣਾ ਪੈ ਗਿਆ ਜਾਂ ਉਹ ਬੈੱਡ ਰੈਸਟ ਤੇ ਆ, ਤਾਂ ਉਸ ਤੋਂ ਬਾਅਦ ਜਿਹੜੀ ਲੁੱਟ ਦਾ ਪੈਸਾ ਇਕੱਠਾ ਕਰਨਾ ਉਹ ਸੇਲ ਟੈਕਸ ਡਿਪਾਰਟਮੈਂਟ ਦੇ ਵਿੱਚ ਸਰਸੇ ਜ਼ਿਲ੍ਹੇ ਦੇ ਡਿਸਟ੍ਰਿਕਟ ਦੇ ਵਿੱਚ ਦਫ਼ਤਰ ਦੇ ਵਿੱਚ ਬੈਠ ਕੇ ਗਦਾਰਾ ETO ਸਾਹਿਬ ਨੂੰ ਮੈਂ ਇੱਕ ਸਵਾਲ ਕਰਦਾ ਵੀ ਤੁਹਾਡੀ ਡਿਊਟੀ ਤਾਂ ਵਾਰਡ ਨੰਬਰ 4 ਮੰਡੀ ਡੱਬ ਵਾਲੀ ਹੈ, ਤੁਸੀਂ ਡੱਬ ਵਾਲੀ ਵਾਰਡ ਨੰਬਰ 4 ਦੀ ਚੋਰੀ ਨਹੀਂ ਰੋਕ ਰਹੇ, ਇੱਥੇ ਸੇਲ ਟੈਕਸ ਡਿਪਾਰਟਮੈਂਟ ਦੇ ਦਫ਼ਤਰ 'ਚ ਬੈਠ ਕੇ ਕੀ ਕੰਮ ਕਰਦੇ ਹੋ? ਤੁਹਾਡੀ ਡਿਊਟੀ ਨਹੀਂ ਹੈ ਸਰਸੇ ਸ਼ਹਿਰ ਦੇ ਵਿੱਚ ਬੈਠਣਾ, ਉਹ ਕੀ ਇੱਥੇ ਕਲੈਕਸ਼ਨ ਕਰਦੇ ਹੋ ਤੁਸੀਂ ਜਾਂ ਫਿਰ ਤੁਸੀਂ ਇੱਥੇ ਸਾਂਢ ਗਾਂਢ ਕਰਨ ਵਾਸਤੇ ਬੈਠੇ ਹੋ? ਤਾਂ ਮੇਰੇ ਤੇ ਮੇਰੇ ਸਾਥੀ ਦਾ ਧਰਨਾ ਲਾਉਣ ਦਾ ਮਕਸਦ ਹੀ ਇਹ ਹੈ ਕਿ ਸਰਸੇ ਜ਼ਿਲ੍ਹੇ ਦੇ ਵਿੱਚ ਜਿੰਨੀ ਸੇਲ ਟੈਕਸ ਡਿਪਾਰਟਮੈਂਟ ਦੀ ਚੋਰੀ ਚੱਲ ਰਹੀ ਆ ਉਹ ਜਿੰਨਾ ਚਿਰ ਸਰਕਾਰ ਦੇ ਧਿਆਨ 'ਚ ਲਿਆ ਕੇ ਤੇ ਹਾਇਰ ਅਥਾਰਟੀ ਇਹਨਾਂ ਤੇ ਐਕਸ਼ਨ ਨਹੀਂ ਕਰਦੀ, ਉਹਨਾਂ ਚਿਰ ਇਹ ਧਰਨਾ ਐਵੇਂ ਜ਼ਿਕਰ ਲੱਗਿਆ ਰਹੂਗਾ ਔਰ ਅਸੀਂ ਸੇਲ ਟੈਕਸ ਦੀ ਜਿਹੜੀ ਚੋਰੀ ਆ ਰੋਜ਼ ਸਰਸੇ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਉਹਨੂੰ ਰੋਕਣ ਵਾਸਤੇ ਹਰ ਰੋਜ਼ ਗੱਡੀਆਂ ਦੇ ਨੰਬਰ ਪਹਿਲਾਂ ਵੀ ਦਿੰਦੇ ਸੀ, ਅੱਜ ਵੀ ਦੇਵਾਂਗੇ। ਅੱਜ ਜਿਹੜੀ ਗਾਂ ਦੀ ਕਾਰਵਾਈ ਆ ਉਹ ਮੇਰੇ साथी गुरलाल सिंह जी दसणगे। नमस्कार साथियों, बड़ी हैरानीजनक बात है कि देखो आज दूसरा दिन है धरने का, और धरना क्यों लगाना पड़ा? भ्रष्टाचार के खिलाफ कोई बोलना जुर्म तो नहीं है ना? और फिर सीएम साहब जो है हमारे बड़ी अवेयरनेस के लिए वो कह रहे भी कोई भी हमें जीएसटी की चोरी जो कर रहा है उसके बारे में हमें सूचना दो, हम तुरंत कार्रवाई करेंगे। और उस पे डीटीसी जो सिरसा है वो भी बड़ा प्रचार कर रहे हैं भी लोगों को अवेयरनेस होना चाहिए। लोग अगर अवेयरनेस होते हैं, इनको अगर शिकायत देते हैं तो ये उन पे पर्चा दर्ज कराने की उनको धमकियाँ देते हैं, झूठी शिकायतें देते हैं उन पे। क्या इनको जो शिकायत देना कोई जुर्म है? और बड़ी हैरानी वाली बात है, बड़ी एक नैना देवी ट्रांसपोर्ट है जिसकी ये रिक्वेस्ट करके तो गाड़ी पकड़ते हैं भी हमारी मजबूरी है जी, काफी टाइम हो गया, आपकी गाड़ी दे दो, तरले करके उनकी गाड़ी लेते हैं। लेते भी है तो नाम मात्र से कोई 10-20 हजार रुपये जुर्माना लगा के उसको छोड़ देते हैं। और उसी का ही एक पासर है संजय वर्मा, जो बड़े करोड़ों रुपए की जो जीएसटी चोरी करवा रहे हैं। और आने वाले जो दिनों में जो है ना, ये जो पासर बना हुआ है इनका ट्रांसपोर्टरों का,
कैसे यहाँ से करोड़ों रुपए की कॉपर के मामले में चोरी करा रहा है, कैसे जर्दे की जीएसटी चोरी करवा रहा है। आने वाले दिनों में उसके तथ्यों सहित, सबूतों सहित खुलासे करूंगा। और उसके जो मोबाइल नंबर है उसकी अगर ट्रेसिंग हो जाए तो बहुत से और भी खुलासे मिलेंगे, और बड़ी जो गहनता से अगर उसकी जांच हो तो और बहुत से नतीजे सामने आएंगे जो बड़े हैरानीजनक होंगे। और बड़ी हैरानी वाली बात है, देखो कल से हम बैठे हैं और कल से दर्जनों गाड़ियां जीएसटी चोरी की सिरसा में एंटर हुई हैं। क्या एक भी गाड़ी इनकी नजर नहीं आई? वैसे अगर जब इनको कोई निजी स्वार्थ होता है तो ई रिक्शा वाला भी पकड़ लेते हैं, और इतनी बड़ी बड़ी गाड़ियां जो हैं वो इनके सामने से गुजर जाती हैं। अब पिछले दिनों इलेक्शन ड्यूटी में एक ईटीओ की ड्यूटी लगी हुई थी और उन्होंने एक ट्रैक्टर ट्राली को रोक लिया जिसमें गड़े सड़े जो फट्टे होते हैं बालन टाइप का, उस पे भी उन्होंने हजारों रुपए जुर्माना लगाया, जबकि उसकी टोटल वैल्यू 1,10,000 थी। और ये जो ट्रांसपोर्टर है इनकी गाड़ी जो ये नैना देवी वाला है, इसकी गाड़ी जो पकड़ते हैं तो उस पर 10-20 हजार रुपये जुर्माना लगाते हैं। तो इससे हम नहीं कह रहे भी ये मिले हुए हैं, इनकी जो कार्यशैली है वो बता रहे हैं भी ये मिली भगत करके जो है ना वो जुर्माना लगाते हैं। अब कल से जो है हमारे ऊपर ये प्रेशराइज करवा रहे हैं, इधर उधर से आपराधिक गतिविधियों के लोग हमारी लोकेशन ट्रेस कर रहे हैं, हमारा पीछा कर रहे हैं। कल को अगर हमारे साथ किसी भी तरह की कोई प्रिय अप्रिय घटना होती है तो उसके लिए ये जीएसटी चोरी के जो कारोबारी हैं और ये जो संबंधित डीटीसी और संबंधित ये सिरसा के जो जितने भी वार्ड इंचार्ज हैं ये जिम्मेवार होंगे। हमारे एसपी साहब इस पे नकेल कसना चाहते हैं, पर पता नहीं क्यों सिरसा डीटीसी के जो डिपार्टमेंट है ये उनसे पता नहीं क्यों तथ्य छुपा रहे हैं। या तो इनको ये अभी हमारी जो रोजी है वो ना बंद हो जाए कहीं। पर हम एसपी साहब का धन्यवाद कर रहे हैं जो इतनी सतर्कता से काम कर रहे हो, और ये जो इन गाड़ियों में अवैध जो सामान आ रहे हैं उस पर भी रोक लग सके। तो इसलिए आप सभी का तहे दिल से धन्यवाद जो हमारी आवाज़ को जनता तक पहुंचाने में सहयोग कर रहे हो। जय हिंद।